महाराणी एलिजाबेथ की जिंदगी का दिलचस्प सफर। एलिजाबेथ एलेक्जेंड्रा मेरी विंडसर का जन्म 21 अप्रैल 1926 ਨੂੰ ਲੰਡਨ ਦੇ ਬਰਕਲੇ ਸਕੁਏਅਰ ਨੇੜੇ ਹੋਇਆ। ਉਹ ਜਾਰਜ ਪੰਜਵੇਂ ਦੇ ਦੂਜੇ ਪੁੱਤਰ ਐਲਬਰਟ ਡਿਊਕ ਆਫ ਯਾਰਕ ਦੇ ਘਰ ਜਨਮੀ। ਐਲਿਜ਼ਾਬੈਥ ਬੋਵਸ ਲਿਓਨ ਉਹਨਾਂ ਦੀ ਮਾਂ ਸਨ। ਮਹਾਰਾਣੀ ਐਲਿਜ਼ਾਬੈਥ II ਦਾ ਲੰਬੀ ਰਾਜ ਸੱਤਾ ਉਹਨਾਂ ਦੇ ਆਪਣੇ ਤਖਤ ਅਤੇ ਲੋਕਾਂ ਲਈ ਦ੍ਰਿੜ ਸਮਰਪਣ ਅਤੇ ਫਰਜ਼ ਲਈ ਯਾਦ ਰੱਖਿਆ ਜਾਵੇਗਾ। 1930 ਵਿੱਚ ਐਲਿਜ਼ਾਬੈਥ ਦੀ ਛੋਟੀ ਭੈਣ ਮਾਰਗਰੇਟ ਰੋਜ਼ ਦਾ ਜਨਮ ਹੋਇਆ। ਦੋਵਾਂ ਭੈਣਾਂ ਦੀ ਪੜ੍ਹਾਈ ਖੁਸ਼ਨੁਮਾ ਮਾਹੌਲ ਦੇ ਵਿੱਚ ਘਰ ਹੀ ਹੋਈ। ਐਲਿਜ਼ਾਬੈਥ ਸਭ ਤੋਂ ਵੱਧ ਆਪਣੇ ਪਿਤਾ ਅਤੇ ਦਾਦਾ ਜਾਰਜ ਪੰਜਵੇਂ ਦੇ ਨੇੜੇ ਸੀ। 6 ਸਾਲ ਦੀ ਉਮਰ ਵਿੱਚ ਐਲਿਜ਼ਾਬੈਥ ਨੇ ਘੋੜਸਵਾਰੀ ਸਿਖਾਉਣ ਵਾਲੇ ਕੋਚ ਨੂੰ ਕਿਹਾ ਕਿ ਉਹ ਪੇਂਡੂ ਔਰਤ ਵਾਂਗ ਰਹਿਣਾ ਚਾਹੁੰਦੀ ਹੈ ਜਿਸ ਕੋਲ ਬਹੁਤ ਸਾਰੇ ਘੋੜੇ ਅਤੇ ਪਾਲਤੂ ਕੁੱਤੇ ਹੋਣ। ਕਿਹਾ ਜਾਂਦਾ ਹੈ ਕਿ ਐਲਿਜ਼ਾਬੈਥ ਨੂੰ ਨਿੱਕੀ ਉਮਰ ਤੋਂ ਹੀ ਜ਼ਿੰਮੇਵਾਰੀ ਦਾ ਅਹਿਸਾਸ ਸੀ। ਅੱਗੇ ਚੱਲ ਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਵਿੰਸਟਨ ਚਰਚਿਲ ਨੇ ਕਿਹਾ ਸੀ ਕਿ ਇਸ ਬੱਚੀ ਵਿੱਚ ਰਾਜ ਕਰਨ ਦੀ ਸਮਰੱਥਾ ਤੇ ਅਸਰਦਾਰ ਸ਼ਖਸੀਅਤ ਦੇ ਗੁਣ ਹਨ। ਸਕੂਲ ਤੋਂ ਰਸਮੀ ਪੜ੍ਹਾਈ ਨਾ ਕਰਨ ਦੇ ਬਾਵਜੂਦ ਐਲਿਜ਼ਾਬੈਥ ਕਈ ਭਾਸ਼ਾਵਾਂ ਦਾ ਗਿਆਨ ਰੱਖਦੀ ਸੀ ਅਤੇ ਉਹਨਾਂ ਸੰਵਿਧਾਨ ਦੇ ਇਤਿਹਾਸ ਦਾ ਵਿਸਥਾਰ ਵਿੱਚ ਅਧਿਐਨ ਕੀਤਾ। ਫਸਟ ਬਕਿੰਗਮ ਪੈਲੇਸ ਦੇ ਵਿੱਚ ਸਪੈਸ਼ਲ ਗਰਲਜ਼ ਰਾਈਡਸ ਕੰਪਨੀ ਤਿਆਰ ਕੀਤੀ ਗਈ ਤਾਂ ਜੋ ਹਮ ਉਮਰ ਕੁੜੀਆਂ ਦੇ ਨਾਲ ਘੁਲ ਮਿਲ ਸਕਣ। 1936 ਵਿੱਚ ਜਾਰਜ ਪੰਜਵੇਂ ਦੀ ਮੌਤ ਮਗਰੋਂ ਉਹਨਾਂ ਦੇ ਵੱਡੇ ਪੁੱਤਰ ਡੇਵਿਡ ਨੇ ਐਡਵਰਡ 8ਵੇਂ ਵਜੋਂ ਗੱਦੀ ਸੰਭਾਲੀ। ਭਾਵੇਂ ਕਿ ਉਹਨਾਂ ਵੱਲੋਂ ਅਮਰੀਕਾ ਦੀ 2 ਵਾਰ ਤਲਾਕਸ਼ੁਦਾ ਵਾਲਿਸ ਸਿੰਪਸਨ ਨੂੰ ਪਤਨੀ ਵਜੋਂ ਚੁਣਨਾ ਸਿਆਸੀ ਅਤੇ ਧਾਰਮਿਕ ਆਧਾਰ ਤੇ ਪ੍ਰਵਾਨ ਨਹੀਂ ਕੀਤਾ ਗਿਆ। ਸਾਲ ਦੇ ਅੰਤ ਵਿੱਚ ਉਹਨਾਂ ਅਹੁਦਾ ਤਿਆਗ ਦਿੱਤਾ। ਇਸ ਮਗਰੋਂ ਡਿਊਕ ਆਫ ਯਾਰਕ ਨੇ ਕਿੰਗ ਜਾਰਜ 6ਵੇਂ ਵਜੋਂ ਅਹੁਦਾ ਸੰਭਾਲਿਆ। ਉਹਨਾਂ ਦੀ ਤਾਜਪੋਸ਼ੀ ਨੇ ਐਲਿਜ਼ਾਬੈਥ ਨੂੰ ਸਮੇਂ ਨਾਲੋਂ ਪਹਿਲਾਂ ਹੀ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਲਈ ਭਵਿੱਖ ਵਿੱਚ ਕੀ ਤੈਅ ਕੀਤਾ ਹੋਇਆ। ਇਸ ਬਾਰੇ ਉਹਨਾਂ ਬਾਅਦ ਵਿੱਚ ਲਿਖਿਆ ਵੀ ਕਿ ਇਹ ਸੇਵਾ ਬਹੁਤ ਹੀ ਅਦਭੁਤ ਰਹੀ। ਯੂਰਪ ਵਿੱਚ ਵਧ ਰਹੇ ਤਣਾਅ ਵਿਚਾਲੇ ਨਵੇਂ ਰਾਜੇ ਅਤੇ ਉਹਨਾਂ ਦੀ ਪਤਨੀ ਲੋਕਾਂ ਦਾ ਰਾਜਸ਼ਾਹੀ ਵਿੱਚ ਵਿਸ਼ਵਾਸ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਸਨ। ਉਹਨਾਂ ਨੂੰ ਆਪਣੀ ਵੱਡੀ ਧੀ ਤੋਂ ਉਮੀਦਾਂ ਬਹੁਤ ਸਨ। ਭੈਣ ਮਾਰਗਰੇਟ ਨਾਲ ਐਲਿਜ਼ਾਬੈਥ ਦਾ ਸਵਾਗਤ ਪਰੇਡ ਰਾਹੀਂ ਹੋਇਆ। ਅਗਵਾਈ ਕੈਡਿਟ ਅਤੇ ਗ੍ਰੀਸ ਦੇ ਪ੍ਰਿੰਸ ਫਿਲਿਪ ਨੇ ਕੀਤੀ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਉਹ ਮਿਲੇ ਸਨ। ਪਹਿਲੀ ਵਾਰ ਐਲਿਜ਼ਾਬੈਥ ਨੇ ਫਿਲਿਪ ਵਿੱਚ ਦਿਲਚਸਪੀ ਲਈ ਸੀ। ਇਸ ਸਾਲ 1944 ਸੀ। ਉਸ ਵੇਲੇ ਐਲਿਜ਼ਾਬੈਥ ਦੀ ਉਮਰ 18 ਸਾਲ ਦੀ ਸੀ। ਉਹ ਪ੍ਰਿੰਸ ਫਿਲਿਪ ਦੇ ਪਿਆਰ ਵਿੱਚ ਪੈ ਗਈ ਸੀ। ਐਲਿਜ਼ਾਬੈਥ ਨੇ ਆਪਣੇ ਕਮਰੇ ਵਿੱਚ ਪ੍ਰਿੰਸ ਦੀ ਫੋਟੋ ਰੱਖੀ ਹੋਈ ਸੀ ਅਤੇ ਦੋਵਾਂ ਵਿਚਾਲੇ ਪੱਤਰ ਵਿਹਾਰ ਵੀ ਹੁੰਦਾ ਸੀ। ਰਾਜਕੁਮਾਰੀ ਐਲਿਜ਼ਾਬੈਥ ਨੇ ਜੰਗ ਦੇ ਸਾਲ ਦੇ ਅੰਤ ਵਿੱਚ ਆਕਸਿਲਰੀ ਟੈਰੀਟੋਰੀਅਲ ਸਰਵਿਸ ਯਾਨੀ ਕਿ ATS ਜੁਆਇਨ ਕੀਤੀ। ਇਸ ਦੌਰਾਨ ਉਹਨਾਂ ਡਰਾਈਵਿੰਗ ਅਤੇ ਲੋਰੀ ਦੀ ਸਰਵਿਸ ਕਰਨੀ ਸਿੱਖੀ। ਐਲਿਜ਼ਾਬੈਥ ਨੇ ਇੱਕ ਵਾਰ ਕਿਹਾ ਸੀ, ਅਸੀਂ ਆਪਣੇ ਮਾਪਿਆਂ ਤੋਂ ਇਕੱਠੇ ਬਾਹਰ ਜਾਣ ਦੀ ਇਜਾਜ਼ਤ ਲਈ। ਮੈਨੂੰ ਯਾਦ ਹੈ ਕਿ ਅਸੀਂ ਪਛਾਣੇ ਜਾਣ ਤੋਂ ਡਰ ਰਹੇ ਸੀ। ਲੋਕਾਂ ਨੂੰ ਅਸੀਂ ਹੱਥ ਵਿੱਚ ਹੱਥ ਪਾਈ ਨੀ ਧੜਕ ਵਾਈਟ ਹਾਲ ਦੇ ਵਿੱਚ ਘੁੰਮਦੇ ਫਿਰਦੇ ਵੇਖਿਆ। ਇਹ ਪਲ ਰਾਹਤ ਦੇਣ ਵਾਲਾ ਸੀ। ਜੰਗ ਤੋਂ ਬਾਅਦ ਪ੍ਰਿੰਸ ਫਿਲਿਪ ਨਾਲ ਵਿਆਹ ਕਰਨ ਦੀ ਤਾਂਘ ਰੱਖਣ ਵਾਲੀ ਐਲਿਜ਼ਾਬੈਥ ਸਾਹਮਣੇ ਕਈ ਰੁਕਾਵਟਾਂ ਆਈਆਂ। ਕਿੰਗ ਜਾਰਜ ਆਪਣੀ ਧੀ ਨੂੰ ਗਵਾਉਣਾ ਨਹੀਂ ਚਾਹੁੰਦੇ ਸਨ। ਦੂਜੇ ਪਾਸੇ ਫਿਲਿਪ ਨੂੰ ਉਹਨਾਂ ਦੇ ਵਿਦੇਸ਼ੀ ਹੋਣ ਕਾਰਨ ਸਵੀਕਾਰਿਆ ਨਹੀਂ ਜਾਣਾ ਸੀ। ਇਸ ਜੋੜੇ ਦੀ ਇੱਛਾ 20 ਨਵੰਬਰ 1947 ਨੂੰ ਪੂਰੀ ਹੋ ਗਈ ਅਤੇ ਦੋਵਾਂ ਦਾ ਵਿਆਹ ਵੈਸਟਮਿੰਸਟਰ ਐਬੇ ਵਿੱਚ ਹੋ ਗਿਆ। ਫਿਲਿਪ ਡਿਊਕ ਆਫ ਐਡਿਨਬਰਾ ਬਣ ਗਏ, ਪਰ ਨਾਲ ਹੀ ਉਹ ਨੇਵੀ ਵਿੱਚ ਅਫਸਰ ਵਜੋਂ ਸੇਵਾਵਾਂ ਵੀ ਦਿੰਦੇ ਰਹੇ। ਕੁਝ ਸਮੇਂ ਲਈ ਉਹਨਾਂ ਦੀ ਮਾਲਟਾ ਵਿੱਚ ਪੋਸਟਿੰਗ ਹੋਈ, ਜਿਸ ਕਾਰਨ ਦੋਵਾਂ ਪਤੀ ਪਤਨੀ ਨੇ ਇੱਕ ਦੂਜੇ ਦੇ ਨਾਲ ਸਮਾਂ ਬਤੀਤ ਕੀਤਾ। ਉਹਨਾਂ ਦੀ ਪਹਿਲੀ ਔਲਾਦ ਚਾਰਲਸ ਸਨ, ਜਿਨ੍ਹਾਂ ਦਾ ਜਨਮ 1948 ਵਿੱਚ ਹੋਇਆ ਅਤੇ ਦੂਜੀ ਔਲਾਦ ਐਨੀ ਸੀ ਜੋ 1950 ਵਿੱਚ ਜਨਮੀ। ਦੂਜੀ ਵਿਸ਼ਵ ਜੰਗ ਦੌਰਾਨ ਮਹਾਰਾਜਾ ਜਾਰਜ ਕਾਫੀ ਤਣਾਅ ਵਿੱਚ ਰਹੇ। ਸਿਗਰਟ ਦੀ ਵਰਤੋਂ ਜ਼ਿਆਦਾ ਕਰਦੇ ਸਨ, ਜਿਸ ਕਾਰਨ ਬਿਮਾਰ ਰਹਿਣ ਲੱਗੇ ਅਤੇ ਉਹਨਾਂ ਨੂੰ ਫੇਫੜੇ ਦਾ ਕੈਂਸਰ ਹੋ ਗਿਆ। 25 ਸਾਲ ਦੀ ਉਮਰ ਵਿੱਚ ਐਲਿਜ਼ਾਬੈਥ 1952 ਵਿੱਚ ਫਿਲਿਪ ਨਾਲ ਵਿਦੇਸ਼ ਯਾਤਰਾ ਤੇ ਨਿਕਲ ਗਈ। ਡਾਕਟਰਾਂ ਦੇ ਮਨਾ ਕਰਨ ਦੇ ਬਾਵਜੂਦ ਮਹਾਰਾਜਾ ਜਾਰਜ ਦੋਵਾਂ ਨੂੰ 에ਅਰਪੋਰਟ ਵਿਦਾ ਕਰਨ ਗਏ। ਇਹ ਆਖਰੀ ਸਮਾਂ ਸੀ ਜਦੋਂ ਐਲਿਜ਼ਾਬੈਥ ਨੇ ਆਪਣੇ ਪਿਤਾ ਨੂੰ ਦੇਖਿਆ। ਐਲਿਜ਼ਾਬੈਥ ਨੂੰ ਜਦੋਂ ਪਿਤਾ ਦੀ ਮੌਤ ਦੀ ਖਬਰ ਲੱਗੀ ਤਾਂ ਉਹ ਉਸ ਵੇਲੇ ਕੀਨੀਆ ਵਿੱਚ ਸੀ ਅਤੇ ਤੁਰੰਤ ਲੰਡਨ ਵਾਪਸ ਆ ਗਈ, ਪਰ ਰਾਣੀ ਦੇ ਰੂਪ ਦੇ ਵਿੱਚ। ਬਾਅਦ ਵਿੱਚ ਐਲਿਜ਼ਾਬੈਥ ਨੇ ਦੱਸਿਆ, ਮੈਨੂੰ ਕਿਸੇ ਤਰ੍ਹਾਂ ਦਾ ਤਜਰਬਾ ਨਹੀਂ ਸੀ। ਮੇਰੇ ਪਿਤਾ ਬੇहद ਘੱਟ ਉਮਰ ਵਿੱਚ ਗੁਜ਼ਰ ਗਏ, ਇਸ ਲਈ ਅਹੁਦਾ ਸੰਭਾਲਣਾ ਅਚਾਨਕ ਆਈ ਕਿਸੇ ਜ਼ਿੰਮੇਵਾਰੀ ਵਾਂਗ ਸੀ। ਜੂਨ 1953 ਵਿੱਚ ਐਲਿਜ਼ਾਬੈਥ ਦੀ ਤਾਜਪੋਸ਼ੀ ਦਾ ਟੈਲੀਵਿਜ਼ਨ ਤੇ ਪ੍ਰਸਾਰਣ ਹੋਇਆ। ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਵਿਰੋਧ ਦੇ ਬਾਵਜੂਦ ਲੱਖਾਂ ਲੋਕਾਂ ਟੀਵੀ ਸੈਟਾਂ ਦੇ ਦੁਆਲੇ ਇਕੱਠੇ ਹੋਏ ਅਤੇ ਉਹਨਾਂ ਵਿੱਚੋਂ ਬਹੁਤਿਆਂ ਨੇ ਮਹਾਰਾਣੀ ਐਲਿਜ਼ਾਬੈਥ ਨੂੰ ਪਹਿਲੀ ਵਾਰ ਸਹੁੰ ਚੁੱਕ ਸਮਾਗਮ ਦੌਰਾਨ ਦੇਖਿਆ। ਬ੍ਰਿਟੇਨ ਹਾਲੇ ਵੀ ਦੂਜੀ ਵਿਸ਼ਵ ਜੰਗ ਮਗਰੋਂ ਪੈਦਾ ਹੋਏ ਹਾਲਾਤ ਦੇ ਨਾਲ ਜੂਝ ਰਿਹਾ ਸੀ।
ਟਿੱਪਣੀਕਾਰ ਕਹਿ ਰਹੇ ਸਨ ਕਿ ਇਹ ਤਾਜਪੋਸ਼ੀ ਐਲਿਜ਼ਾਬੈਥ ਯੁੱਗ ਦੀ ਸ਼ੁਰੂਆਤ ਸੀ। ਦੂਜੇ ਵਿਸ਼ਵ ਯੁੱਧ ਨੇ ਬ੍ਰਿਟਿਸ਼ ਸਾਮਰਾਜ ਦੇ ਅੰਤ ਵਿੱਚ ਤੇਜ਼ੀ ਲਿਆਉਣ ਲਈ ਕੰਮ ਕੀਤਾ ਸੀ। ਜਦੋਂ ਨਵੀਂ ਮਹਾਰਾਣੀ ਨਵੰਬਰ 1953 ਵਿੱਚ ਰਾਸ਼ਟਰਮੰਡਲ ਦੇ ਲੰਬੇ ਦੌਰ ਤੇ ਰਵਾਨਾ ਹੋਈ ਸੀ, ਭਾਰਤ ਸਮੇਤ ਕਈ ਸਾਬਕਾ ਬ੍ਰਿਟਿਸ਼ ਮੁਲਕਾਂ ਨੇ ਆਜ਼ਾਦੀ ਪ੍ਰਾਪਤ ਕਰ ਲਈ ਸੀ। ਇਹ ਪਹਿਲੀ ਵਾਰ ਸੀ ਕਿ ਗੱਦੀ ਤੇ ਕਾਬਜ਼ ਕੋਈ ਸ਼ਾਸਕ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ ਤੇ ਗਿਆ ਹੋਵੇ। ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ 3/4 ਆਸਟ੍ਰੇਲੀਆਈ ਉਸ ਨੂੰ ਵਿਅਕਤੀਗਤ ਰੂਪ ਵਿੱਚ ਦੇਖਣ ਲਈ ਨਿਕਲੇ। 1950 ਦੇ ਦਹਾਕੇ ਦੌਰਾਨ ਹੋਰ ਦੇਸ਼ਾਂ ਨੇ ਯੂਨੀਅਨ ਝੰਡੇ ਨੂੰ ਉਤਾਰ ਦਿੱਤਾ ਅਤੇ ਪੁਰਾਣੀਆਂ ਬਸਤੀਆਂ ਅਤੇ ਸ਼ਾਸਨ ਹੁਣ ਰਾਸ਼ਟਰਾਂ ਦੇ ਇੱਕ ਸਵੈ ਇੱਛਤ ਮੰਡਲ ਵਜੋਂ ਇਕੱਠੇ ਹੋ ਗਏ। ਬਹੁਤ ਸਾਰੇ ਸਿਆਸਤਦਾਨਾਂ ਨੇ ਮਹਿਸੂਸ ਕੀਤਾ ਕਿ ਨਵਾਂ ਰਾਸ਼ਟਰਮੰਡਲ ਨਵੇਂ ਉੱਭਰ ਰਹੇ ਯੂਰਪੀਅਨ ਆਰਥਿਕ ਭਾਈਚਾਰੇ ਦਾ ਵਿਰੋਧੀ ਬਣ ਸਕਦਾ ਹੈ ਤੇ ਕੁਝ ਹੱਦ ਤੱਕ ਬ੍ਰਿਟਿਸ਼ ਨੀਤੀ ਨੇ ਮਹਾਦੀਪ ਤੋਂ ਮੂੰਹ ਮੋੜ ਲਿਆ। ਬ੍ਰਿਟੇਨ ਦੇ ਅਸਰ ਨੂੰ ਉਸ ਵੇਲੇ ਤੇਜ਼ੀ ਨਾਲ ਢਾਹ ਲੱਗਿਆ ਜਦੋਂ 1956 ਵਿੱਚ ਸੁਏਜ਼ ਦੀ ਕਰਾਰੀ ਹਾਰ ਹੋਈ। ਇਹ ਵੀ ਸਾਫ਼ ਹੋ ਗਿਆ ਕਿ ਰਾਸ਼ਟਰਮੰਡਲ ਸੰਕਟ ਵੇਲੇ ਇਕੱਠਾ ਨਹੀਂ ਰਹਿ ਸਕਦਾ। ਮਿਸਰ ਵੱਲੋਂ ਸੁਏਜ਼ ਨਹਿਰ ਦੇ ਰਾਸ਼ਟਰੀਕਰਨ ਦੇ ਵਿਰੋਧ ਵਿੱਚ ਬ੍ਰਿਟਿਸ਼ ਫੌਜਾਂ ਨੂੰ ਭੇਜਣ ਅਤੇ ਸ਼ਰਮਨਾਕ ਤਰੀਕੇ ਨਾਲ ਵਾਪਸ ਸੱਦਣ ਕਰਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਐਂਥਨੀ ਈਡਨ ਨੂੰ ਅਸਤੀਫਾ ਦੇਣਾ ਪਿਆ। ਇਸ ਕਾਰਨ ਐਲਿਜ਼ਾਬੈਥ ਗੰਭੀਰ ਸਿਆਸੀ ਸੰਕਟ ਵਿੱਚ ਘਿਰ ਗਈ। ਕੰਜ਼ਰਵੇਟਿਵ ਪਾਰਟੀ ਕੋਲ ਨਵਾਂ ਨੇਤਾ ਚੁਣਨ ਦਾ ਕੋਈ ਵੀ ਵਿਧੀ ਨਹੀਂ ਸੀ। ਕਈ ਬੈਠਕਾਂ ਅਤੇ ਸਲਾਹਾਂ ਲੈਣ ਤੋਂ ਬਾਅਦ ਮਹਾਰਾਣੀ ਨੇ ਹੈਲਡ ਮੈਕਮਿਲਨ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਮਹਾਰਾਣੀ ਐਲਿਜ਼ਾਬੈਥ ਨੂੰ ਲਾਰਡ ਆਲਟ੍ਰਿਚਮ ਵੱਲੋਂ ਨਿੱਜੀ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ। ਇੱਕ ਮੈਗਜ਼ੀਨ ਦੇ ਆਰਟੀਕਲ ਰਾਹੀਂ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਮਹਾਰਾਣੀ ਦਾ ਦਰਬਾਰ ਬੇਹੱਦ ਬ੍ਰਿਟਿਸ਼ ਅਤੇ ਉੱਚੀ ਜਮਾਤ ਵਾਲਿਆਂ ਦਾ ਹੈ। ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਮਹਾਰਾਣੀ ਬਿਨਾਂ ਲਿਖੇ ਇੱਕ ਵੀ ਭਾਸ਼ਣ ਨਹੀਂ ਦੇ ਸਕਦੀ। ਉਸ ਦੀਆਂ ਟਿੱਪਣੀਆਂ ਨੇ ਪ੍ਰੈਸ ਵਿੱਚ ਖਲਬਲੀ ਮਚਾ ਦਿੱਤੀ ਅਤੇ ਲੀਗ ਆਫ ਐਮਪਾਇਰ ਲਾਇਲਿਸਟਸ ਦੇ ਇੱਕ ਮੈਂਬਰ ਦੁਆਰਾ ਗਲੀ ਵਿੱਚ ਲਾਰਡ ਅਲਟ੍ਰਿਚਮ ਉਤੇ ਸਰੀਰਕ ਤੌਰ ਤੇ ਹਮਲਾ ਕੀਤਾ ਗਿਆ। ਇਸ ਤੋਂ ਸਾਫ਼ ਸੀ ਕਿ ਬ੍ਰਿਟਿਸ਼ ਸਮਾਜ ਬਦਲ ਰਿਹਾ ਸੀ ਅਤੇ ਰਾਜਸ਼ਾਹੀ ਪ੍ਰਤੀ ਉਸ ਦਾ ਨਜ਼ਰੀਆ ਤੇਜ਼ੀ ਦੇ ਨਾਲ ਬਦਲ ਰਿਹਾ ਸੀ ਅਤੇ ਸਵਾਲ ਪੁੱਛੇ ਜਾਣ ਲੱਗੇ ਸਨ। ਪਤੀ ਵੱਲੋਂ ਹੱਲਾਸ਼ੇਰੀ ਮਿਲਣ ਅਤੇ ਅਦਾਲਤ ਦੀ ਬੇਸਬਰੀ ਵਾਲੀ ਸਖਤੀ ਮਗਰੋਂ ਮਹਾਰਾਣੀ ਨੇ ਨਵੀਂ ਤਰਕੀਬ ਅਪਣਾਈ ਅਤੇ ਨਵੇਂ ਆਦੇਸ਼ਾਂ ਦੇ ਅਨੁਕੂਲ ਹੋਣ ਸ਼ੁਰੂ ਕਰ ਦਿੱਤਾ। ਅਦਾਲਤ ਵਿੱਚ ਡੈਬਿਊਟੇਟਾਂ ਨੂੰ ਪ੍ਰਾਪਤ ਕਰਨ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਅਤੇ ਰਾਜਸ਼ਾਹੀ ਸ਼ਬਦ ਨੂੰ ਹੌਲੀ-ਹੌਲੀ ਸ਼ਾਹੀ ਪਰਿਵਾਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਸਾਲ 1963 ਵਿੱਚ ਮਹਾਰਾਣੀ ਫਿਰ ਇੱਕ ਸਿਆਸੀ ਵਿਵਾਦ ਵਿੱਚ ਘਿਰ ਗਈ ਜਦੋਂ ਹੈਲਡ ਮੈਕਮਿਲਨ ਨੇ ਪ੍ਰਧਾਨ ਮੰਤਰੀ ਅਹੁਦਾ ਛੱਡ ਦਿੱਤਾ। ਕੰਜ਼ਰਵੇਟਿਵ ਪਾਰਟੀ ਵੱਲੋਂ ਹਾਲੇ ਵੀ ਨਵੀਂ ਨੇਤਾ ਦੀ ਚੋਣ ਲਈ ਇੱਕ ਸਿਸਟਮ ਬਣਾਉਣਾ ਸੀ। ਮਹਾਰਾਣੀ ਨੇ ਮੈਕਮਿਲਨ ਦੀ ਸਲਾਹ ਮੰਨੀ ਅਤੇ अर्ल ਆਫ ਹੋਮ ਨੂੰ ਉਹਨਾਂ ਦੀ ਥਾਂ ਨਿਯੁਕਤ ਕਰ ਦਿੱਤਾ। ਇਹ ਮਹਾਰਾਣੀ ਲਈ ਔਖਾ ਸਮਾਂ ਸੀ, ਆਪਣੇ ਅਹੁਦੇ ਨੂੰ ਸੰਵਿਧਾਨਕ ਮਾਨਤਾ ਦਿਵਾਉਣਾ ਅਤੇ ਰਾਜਸ਼ਾਹੀ ਨੂੰ ਸਰਕਾਰ ਨਾਲੋਂ ਵੱਖ ਰੱਖਣਾ। ਐਲਿਜ਼ਾਬੈਥ ਨੇ ਸੂਚਿਤ ਕਰਨ, ਸਲਾਹ ਦੇਣ ਅਤੇ ਚੇਤਾਵਨੀ ਦੇਣ ਦੇ ਆਪਣੇ ਅਧਿਕਾਰਾਂ ਦੀ ਸਖਤੀ ਦੇ ਨਾਲ ਪਾਲਣਾ ਕਰਵਾਈ। ਉਹਨਾਂ ਅਧਿਕਾਰ ਆਪਣੇ ਕੋਲ ਰੱਖੇ ਪਰ ਇਸ ਤੋਂ ਅੱਗੇ ਨਹੀਂ ਗਏ। ਇਹ ਆਖਰੀ ਸਮਾਂ ਸੀ ਜਦੋਂ ਉਹਨਾਂ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ। ਕੰਜ਼ਰਵੇਟਿਵ ਪਾਰਟੀ ਦੇ ਨਵੇਂ ਲੀਡਰ ਦੇ ਅਚਾਨਕ ਪ੍ਰਗਟਾਉਣ ਦੀ ਰਵਾਇਤ ਛੱਡ ਦਿੱਤੀ ਅਤੇ ਚੋਣ ਲਈ ਇੱਕ ਪ੍ਰਕਿਰਿਆ ਤੈਅ ਹੋ ਗਈ। 1960 ਦੀਆਂ ਬਕਿੰਗਮ ਪੈਲੇਸ ਨੇ ਸਕਾਰਾਤਮਕ ਕਦਮ ਚੁੱਕਿਆ ਅਤੇ ਫੈਸਲਾ ਕੀਤਾ ਕਿ ਸ਼ਾਹੀ ਪਰਿਵਾਰ ਤੱਕ ਲੋਕਾਂ ਦੀ ਪਹੁੰਚ ਆਸਾਨ ਬਣਾਈ ਜਾਵੇ। ਨਤੀਜਾ ਇਹ ਹੋਇਆ ਕਿ ਰਾਇਲ ਫੈਮਿਲੀ ਨਾਂ ਦੀ ਡਾਕੂਮੈਂਟਰੀ ਸਾਹਮਣੇ ਆਈ। ਉੱਥੇ ਪਰਿਵਾਰ ਦੀਆਂ ਖਾਣਾ ਖਾਂਦੇ ਦੀਆਂ ਤਸਵੀਰਾਂ, ਕ੍ਰਿਸਮਸ ਟ੍ਰੀ ਨੂੰ ਸਜਾਉਣਾ, ਬੱਚਿਆਂ ਨੂੰ ਘੁਮਾਉਣ ਲੈ ਜਾਣ ਵਾਲੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਜੋ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ। ਆਲੋਚਕਾਂ ਦਾ ਕਹਿਣਾ ਸੀ ਕਿ ਰਿਚਰਡ ਕਾਉਸਟਨ ਦੀ ਫਿਲਮ ਨੇ ਸ਼ਾਹੀ ਪਰਿਵਾਰ ਦੇ ਜਲਵੇ ਨੂੰ ਢਾਹ ਲਾਈ ਹੈ ਕਿਉਂਕਿ ਉਹਨਾਂ ਨੂੰ ਆਮ ਲੋਕਾਂ ਵਾਂਗ ਦਿਖਾਇਆ ਗਿਆ। ਉਹ ਦ੍ਰਿਸ਼ ਵੀ ਦਿਖਾਇਆ ਗਿਆ ਜਿਸ ਵਿੱਚ ਡਿਊਕ ਆਫ ਐਡਿਨਬਰਾ ਨੂੰ ਸੋਸੇਜ ਬਣਾਉਂਦੇ ਹੋਏ ਦਿਖਾਇਆ ਗਿਆ ਸੀ। ਪਰ ਇਸ ਫਿਲਮ ਨੇ ਪਰਿਵਾਰ ਦੇ ਹਲਕੇ ਮਾਹੌਲ ਨੂੰ ਪੇਸ਼ ਕੀਤਾ ਅਤੇ ਰਾਜਸ਼ਾਹੀ ਵਿੱਚ ਲੋਕਾਂ ਦਾ ਭਰੋਸਾ ਕਾਇਮ ਰਿਹਾ। 1997 ਵਿੱਚ ਹਰ ਥਾਂ ਸਿਲਵਰ ਜੁਬਲੀ ਮਨਾਈ ਗਈ। ਰਾਜਸ਼ਾਹੀ ਪ੍ਰਤੀ ਲੋਕਾਂ ਦਾ ਪਿਆਰ ਅਤੇ ਉਸ ਤੋਂ ਵੀ ਵੱਧ ਰਾਣੀ ਲਈ ਲਗਾਵ ਵੀ ਦੇਖਿਆ ਗਿਆ। 2 ਸਾਲਾਂ ਬਾਅਦ ਬ੍ਰਿਟੇਨ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਮਿਲੀ। ਸਟੇਟ ਦੀ ਮੁਖੀ ਮਹਿਲਾ ਅਤੇ ਸਰਕਾਰ ਦੀ ਮੁਖੀ ਮਹਿਲਾ ਸੀ। ਦੋਵਾਂ ਮਹਿਲਾ ਆਗੂਆਂ ਦਾ ਰਿਸ਼ਤਾ ਕੁਝ ਅਣਸੁਖਾਵਾਂ ਵੀ ਰਿਹਾ। ਇੱਕ ਮੁਸ਼ਕਲ ਖੇਤਰ ਮਹਾਰਾਣੀ ਦੀ ਰਾਸ਼ਟਰਮੰਡਲ ਪ੍ਰਤੀ ਸ਼ਰਧਾ ਸੀ ਜਿਸ ਦੇ ਉਹ ਮੁਖੀ ਸਨ। ਐਲਿਜ਼ਾਬੈਥ ਅਫਰੀਕਾ ਦੇ ਲੀਡਰਾਂ ਨੂੰ ਜਾਣਦੇ ਸਨ ਅਤੇ ਉਹਨਾਂ ਦੇ ਉਦੇਸ਼ ਪ੍ਰਤੀ ਹਮਦਰਦੀ ਰੱਖਦੇ ਸਨ। ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਥੈਚਰ ਦਾ ਰਵੱਈਆ ਅਤੇ ਟਕਰਾਅ ਕਰਨ ਵਾਲਾ ਸਟਾਈਲ ਅਜੀਬ ਲੱਗਦਾ ਸੀ। ਸਾਲ ਦਰ ਸਾਲ ਮਹਾਰਾਣੀ ਦੀਆਂ ਰਾਜਸੀ ਸੇਵਾਵਾਂ ਚਲਦੀਆਂ ਰਹੀਆਂ। 1991 ਦੇ ਖਾੜੀ ਯੁੱਧ ਦੇ ਬਾਅਦ ਉਹ ਅਮਰੀਕਾ ਗਏ। ਉਹ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਸੰਬੋਧਿਤ ਕਰਨ ਵਾਲੀ ਪਹਿਲੀ ਮਹਾਰਾਣੀ ਬਣੀ।
ਰਾਸ਼ਟਰਪਤੀ ਜਾਰਜ H.W. ਬੁਸ਼ ਨੇ ਕਿਹਾ ਕਿ ਜਿੱਥੋਂ ਤੱਕ ਸਾਨੂੰ ਯਾਦ ਹੈ ਉਹ ਆਜ਼ਾਦੀ ਦੇ ਦੋਸਤ ਰਹੇ ਹਨ, ਪਰ ਇੱਕ ਸਾਲ ਬਾਅਦ ਸ਼ਾਹੀ ਘਰਾਣੇ ਤੇ ਕਈ ਸਕੈਂਡਲਸ ਅਤੇ ਬਿਪਤਾਵਾਂ ਨੇ ਅਸਰ ਪਾਇਆ। ਮਹਾਰਾਣੀ ਦਾ ਦੂਜਾ ਬੇਟਾ ਡਿਊਕ ਆਫ ਯਾਰਕ ਅਤੇ ਉਹਨਾਂ ਦੀ ਪਤਨੀ ਸਾਰਾ ਵੱਖ ਹੋ ਗਏ। ਰਾਜਕੁਮਾਰੀ ਐਨ ਦਾ ਮਾਰਕ ਫਿਲਿਪਸ ਤੋਂ ਤਲਾਕ ਹੋ ਗਿਆ। ਇਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਵੇਲਜ਼ ਦੇ ਰਾਜਕੁਮਾਰ ਅਤੇ ਰਾਜਕੁਮਾਰੀ ਇਕੱਠੇ ਖੁਸ਼ ਨਹੀਂ ਹਨ ਅਤੇ ਕੁਝ ਸਮੇਂ ਬਾਅਦ ਵੱਖ ਹੋ ਗਏ। ਸਾਲ ਦੇ ਅੰਤ ਵਿੱਚ ਮਹਾਰਾਣੀ ਦੇ ਸਭ ਤੋਂ ਪਸੰਦੀਦਾ ਘਰ ਵਿੰਸਰ ਕੈਸਲ ਵਿੱਚ ਅੱਗ ਲੱਗ ਗਈ। ਇਹ ਸ਼ਾਹੀ ਘਰਾਣੇ ਵਿੱਚ ਚੱਲ ਰਹੇ ਸੰਕਟ ਦਾ ਪ੍ਰਤੀਕ ਸੀ। ਇਸ ਬਾਰੇ ਜਨਤਕ ਤੌਰ ਤੇ ਇਹ ਝਗੜਾ ਹੋਇਆ ਕਿ ਵਿੰਸਰ ਕੈਸਲ ਦੀ ਮੁਰੰਮਤ ਦਾ ਪੈਸਾ ਲੋਕਾਂ ਦੇ ਟੈਕਸਾਂ ਤੋਂ ਲਿਆ ਜਾਵੇ ਜਾਂ ਮਹਾਰਾਣੀ ਆਪ ਦੇਵੇ। ਐਲਿਜ਼ਾਬੈਥ ਨੇ ਸਾਲ 1992 ਨੂੰ ਇੱਕ ਬਹੁਤ ਹੀ ਮਾੜਾ ਸਾਲ ਦੱਸਿਆ। ਲੰਡਨ ਵਿੱਚ ਇੱਕ ਸੰਬੋਧਨ ਦੌਰਾਨ ਉਹਨਾਂ ਨੇ ਮੰਨਿਆ ਕਿ ਰਾਜਸ਼ਾਹੀ ਨੂੰ ਜ਼ਿਆਦਾ ਮੌਕਲਾ ਹੋਣ ਦੀ ਲੋੜ ਹੈ ਤਾਂ ਕਿ ਮੀਡੀਆ ਦੁਸ਼ਮਣੀ ਘੱਟ ਦਿਖਾਏ। ਕੋਈ ਸੰਸਥਾ, ਸ਼ਹਿਰ, ਰਾਜਸ਼ਾਹੀ ਉਹਨਾਂ ਲੋਕਾਂ ਦੀ ਪੜਤਾਲ ਤੋਂ ਬਚ ਨਹੀਂ ਸਕਦੀ ਜੋ ਉਸ ਨੂੰ ਆਪਣੀ ਵਫਾਦਾਰੀ ਅਤੇ ਸਹਿਯੋਗ ਦਿੰਦੇ ਹਨ। ਇਹ ਪੜਤਾਲ ਉਸੇ ਤਰ੍ਹਾਂ ਦੀ ਅਸਰਦਾਰ ਹੋਵੇਗੀ ਜੋ ਕੋਮਲਤਾ, ਖੁਸ਼ੀ ਅਤੇ ਆਪਸੀ ਸਹਿਯੋਗ ਨਾਲ ਕੀਤੀ ਜਾਵੇ। ਰਾਜਸ਼ਾਹੀ ਆਪਣੇ ਬਚਾਅ ਵਿੱਚ ਲੱਗੀ ਹੋਈ ਸੀ। ਬਕਿੰਗਮ ਪੈਲੇਸ ਦੇ ਦਰਵਾਜ਼ੇ ਬਾਹਰ ਵਾਲਿਆਂ ਲਈ ਖੋਲ੍ਹੇ ਗਏ ਤਾਂ ਕਿ ਵਿੰਡਸਰ ਕੈਸਲ ਦੀ ਮੁਰੰਮਤ ਲਈ ਪੈਸੇ ਇਕੱਠੇ ਹੋ ਸਕਣ। ਬ੍ਰਿਟੇਨ ਨੇ ਪੁਰਾਣੇ ਸਾਥੀਆਂ ਤੋਂ ਮੂੰਹ ਮੋੜ ਲਿਆ ਤੇ ਯੂਰਪ ਨਾਲ ਨਵੇਂ ਰਿਸ਼ਤੇ ਬਣਾ ਲਏ। ਮਹਾਰਾਣੀ ਨੂੰ ਰਾਸ਼ਟਰਮੰਡਲ ਲਈ ਕਈ ਉਮੀਦਾਂ ਨਜ਼ਰ ਆਉਂਦੀਆਂ ਸਨ। ਉਹ ਬਹੁਤ ਖੁਸ਼ ਹੋਏ ਜਦੋਂ ਦੱਖਣੀ ਅਫਰੀਕਾ ਨੇ ਅਧਾਰਟਾਈਡ ਨਸਲੀ ਵਿਤਕਰੇ ਨੂੰ ਖਤਮ ਕਰ ਦਿੱਤਾ। ਉਸ ਦਾ ਜਸ਼ਨ ਮਨਾਉਣ ਲਈ ਉਹ ਮਾਰਚ 1995 ਵਿੱਚ ਉੱਥੇ ਗਏ। ਬ੍ਰਿਟੇਨ ਵਿੱਚ ਹੀ ਮਹਾਰਾਣੀ ਦੀ ਰਾਜਸ਼ਾਹੀ ਦਾ ਮਾਣ ਬਣਾਏ ਰੱਖਣ ਦੀ ਕੋਸ਼ਿਸ਼ ਜਾਰੀ ਰਹੀ। ਦੂਜੇ ਪਾਸੇ ਬਹਿਸ ਚੱਲਦੀ ਰਹੀ ਕਿ ਇਸ ਸੰਸਥਾ ਦਾ ਕੋਈ ਭਵਿੱਖ ਹੈ ਜਾਂ ਨਹੀਂ। ਜਿੱਥੇ ਬ੍ਰਿਟੇਨ ਇੱਕ ਨਵੀਂ ਪਛਾਣ ਬਣਾਉਣ ਲਈ ਸੰਘਰਸ਼ ਕਰ ਰਿਹਾ ਸੀ, ਉੱਥੇ ਉਹ ਹੌਸਲਾ ਦੇਣ ਵਾਲੀ ਮੂਰਤ ਵਜੋਂ ਰਹੇ। ਉਹਨਾਂ ਦੀ ਇੱਕ ਮੁਸਕਾਨ ਕਿਸੇ ਵੀ ਦੁੱਖ ਭਰੇ ਸਮੇਂ ਵਿੱਚ ਰੌਸ਼ਨੀ ਬਿਖੇਰ ਸਕਦੀ ਸੀ। ਵੇਲਜ਼ ਦੀ ਰਾਜਕੁਮਾਰੀ ਡਾਇਨਾ ਦੀ ਅਗਸਤ 1997 ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਰਾਜਸ਼ਾਹੀ ਹਿੱਲ ਗਈ ਅਤੇ ਮਹਾਰਾਣੀ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਲੋਕ ਮਹਿਲ ਦੇ ਬਾਹਰ ਫੁੱਲ ਲੈ ਕੇ ਡਾਇਨਾ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋ ਗਏ। ਮਹਾਰਾਣੀ ਉਹਨਾਂ ਨੂੰ ਉਹ ਸੇਧ ਦੇਣ ਵਿੱਚ ਹਿਚਕਚਾਉਣ ਲੱਗੇ ਜੋ ਹਮੇਸ਼ਾ ਦੇਸ਼ ਦੇ ਲਈ ਜ਼ਰੂਰੀ ਪਲਾਂ ਵਿੱਚ ਦਿੰਦੇ ਆਏ ਸਨ। ਉਹਨਾਂ ਦੇ ਆਲੋਚਕਾਂ ਨੂੰ ਇਹ ਸਮਝ ਨਹੀਂ ਆਈ ਕਿ ਉਹ ਉਸ ਪੀੜ੍ਹੀ ਦੇ ਸਨ ਜੋ ਆਪਣਾ ਦੁੱਖ ਜਨਤਕ ਤੌਰ ਤੇ ਨਹੀਂ ਦਿਖਾਉਂਦੇ ਸੀ। ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਇੱਕ ਦਾਦੀ ਹੋਣ ਦੇ ਨਾਤੇ ਉਹਨਾਂ ਨੇ ਡਾਇਨਾ ਦੇ ਬੇਟਿਆਂ ਨੂੰ ਹੌਸਲਾ ਦੇਣਾ ਸੀ। ਉਹ ਇਹ ਪਰਿਵਾਰ ਦੇ ਵਿੱਚ ਗੁਪਤ ਢੰਗ ਨਾਲ ਦੇਣਾ ਚਾਹੁੰਦੇ ਸਨ। ਆਖਰ ਉਹਨਾਂ ਨੇ ਲਾਈਵ ਸੰਬੋਧਨ ਕਰਦੇ ਹੋਏ ਆਪਣੀ ਨੂੰਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਵਾਅਦਾ ਕੀਤਾ ਕਿ ਰਾਜਸ਼ਾਹੀ ਸਮੇਂ ਦੇ ਨਾਲ ਬਦਲੇਗੀ। ਪਰ ਇਹਨਾਂ ਘਟਨਾਵਾਂ ਅਤੇ ਰਾਜਸ਼ਾਹੀ ਦੇ ਭਵਿੱਖ ਦੇ ਬਾਵਜੂਦ ਕਰੀਬ 10 ਲੱਖ ਲੋਕ ਮਹਾਰਾਣੀ ਦੇ ਰਾਜ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਬਕਿੰਗਮ ਪੈਲੇਸ ਦੇ ਸਾਹਮਣੇ ਇਕੱਠੇ ਹੋਏ ਸਨ। ਅਪ੍ਰੈਲ 2006 ਵਿੱਚ ਹਜ਼ਾਰਾਂ ਸ਼ੁਭਚਿੰਤਕ ਵਿੰਡਸਰ ਦੀਆਂ ਸੜਕਾਂ ਉੱਤੇ ਪਹੁੰਚੇ ਸਨ ਕਿਉਂਕਿ ਮਹਾਰਾਣੀ ਨੇ ਆਪਣੇ 80ਵੇਂ ਜਨਮ ਦਿਨ ਮੌਕੇ ਗੈਰ ਰਸਮੀ ਵਾਕਆਊਟ ਕੀਤਾ ਸੀ। ਨਵੰਬਰ 2007 ਵਿੱਚ ਉਹ ਅਤੇ ਰਾਜਕੁਮਾਰ ਫਿਲਿਪ ਨੇ ਆਪਣੇ ਵਿਆਹ ਦੇ 60 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਵੈਸਟਮਿੰਸਟਰ ਐਬੇ ਵਿੱਚ ਹੋਏ ਇਸ ਸਮਾਗਮ ਵਿੱਚ ਕਰੀਬ 2000 ਲੋਕ ਇਕੱਠੇ ਹੋਏ ਸਨ। ਅਪ੍ਰੈਲ 2011 ਵਿੱਚ ਇੱਕ ਹੋਰ ਖੁਸ਼ੀ ਦਾ ਮੌਕਾ ਆਇਆ ਜਦੋਂ ਮਹਾਰਾਣੀ ਨੇ ਆਪਣੇ ਪੋਤੇ ਡਿਊਕ ਆਫ ਕੈਂਬਰਿਜ ਵਿਲੀਅਮ ਤੇ ਕੈਥਰੀਨ ਮਿਡਲਟਨ ਦੇ ਵਿਆਹ ਵਿੱਚ ਸ਼ਮੂਲੀਅਤ ਕੀਤੀ। ਉਸੇ ਸਾਲ ਮਈ ਵਿੱਚ ਮਹਾਰਾਣੀ ਪਹਿਲੀ ਬਰਤਾਨਵੀ ਰਾਜਸ਼ਾਹੀ ਸ਼ਖਸੀਅਤ ਬਣੇ ਜਿਨ੍ਹਾਂ ਨੇ ਆਇਰਿਸ਼ ਰਿਪਬਲਿਕ ਦਾ ਦੌਰਾ ਕੀਤਾ। ਇਸ ਦੌਰੇ ਦੀ ਵੱਡੀ ਇਤਿਹਾਸਕ ਮਹੱਤਤਾ ਸੀ। ਆਇਰਿਸ਼ ਵਿੱਚ ਸ਼ੁਰੂ ਕੀਤੇ ਆਪਣੇ ਭਾਸ਼ਣ ਵਿੱਚ ਮਹਾਰਾਣੀ ਨੇ ਧੀਰਜ ਰੱਖਣ ਤੇ ਸੁਲ੍ਹਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਸਾਡੀ ਇੱਛਾ ਮੁਤਾਬਕ ਘਟਨਾਕ੍ਰਮ ਨਹੀਂ ਵਾਪਰਿਆ ਜਾਂ ਬਿਲਕੁਲ ਵਾਪਰਿਆ ਹੀ ਨਹੀਂ। ਇੱਕ ਸਾਲ ਬਾਅਦ 60 ਸਾਲ ਪੂਰੇ ਹੋਣ ਮੌਕੇ ਉੱਤਰੀ ਆਇਰਲੈਂਡ ਦੀ ਉਹਨਾਂ ਦੀ ਫੇਰੀ ਦੌਰਾਨ ਉਹਨਾਂ ਨੇ ਸਾਬਕਾ IRA ਕਮਾਂਡਰ ਮਾਰਟਿਨ ਮੈਕਗਿਨੀਜ਼ ਨਾਲ ਹੱਥ ਮਿਲਾਇਆ ਸੀ। ਇਹ ਮਹਾਰਾਣੀ ਲਈ ਕਾਫੀ ਦੁਖਦ ਪਲ ਸੀ ਕਿਉਂਕਿ 1969 ਵਿੱਚ ਉਹਨਾਂ ਦਾ ਪਿਆਰਾ ਚਚੇਰਾ ਭਰਾ ਲਾਰਡ ਲੂਇਸ IRA ਵੱਲੋਂ ਸੁੱਟੇ ਗਏ ਬੰਬ ਕਾਰਨ ਮਾਰਿਆ ਗਿਆ ਸੀ। ਡਾਇਮੰਡ ਜੁਬਲੀ ਦੇ ਜਸ਼ਨ ਮੌਕੇ ਸੈਂਕੜੇ ਲੋਕ ਸੜਕਾਂ ਤੇ ਆਏ ਜਿਸ ਦਾ ਸਮਾਪਨ ਲੰਡਨ ਵਿੱਚ ਹੋਇਆ ਸੀ। ਸਤੰਬਰ 2014 ਵਿੱਚ ਸਕਾਟਿਸ਼ ਆਜ਼ਾਦੀ ਬਾਰੇ ਰੈਫਰੈਂਡਮ ਦਾ ਵੇਲਾ ਮਹਾਰਾਣੀ ਵੇਲੇ ਪ੍ਰੀਖਿਆ ਦੀ ਘੜੀ ਸੀ। ਕੁਝ ਲੋਕ ਉਹਨਾਂ ਵੱਲੋਂ ਪਾਰਲੀਮੈਂਟ ਵਿੱਚ ਸਾਲ 1977 ਵਿੱਚ ਦਿੱਤੇ ਭਾਸ਼ਣ ਨੂੰ ਭੁੱਲ ਗਏ ਸਨ ਜਿਸ ਵਿੱਚ ਉਹਨਾਂ ਨੇ ਯੂਨਾਈਟਿਡ ਕਿੰਗਡਮ ਬਾਰੇ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਸੀ। ਮੈਂ ਇੰਗਲੈਂਡ ਅਤੇ ਸਕਾਟਲੈਂਡ ਦੇ ਰਾਜਿਆਂ, ਰਾਣੀਆਂ ਅਤੇ ਪ੍ਰਿੰਸ ਆਫ ਵੇਲਸ ਨੂੰ ਇੱਕ ਬਰਾਬਰ ਗਿਣਦੀ ਹਾਂ, ਇਸ ਲਈ ਮੈਂ ਉਹਨਾਂ ਦੀਆਂ ਉਮੀਦਾਂ ਸਮਝ ਸਕਦੀ ਹਾਂ। ਪਰ ਮੈਂ ਇਹ ਵੀ ਨਹੀਂ ਭੁੱਲ ਸਕਦੀ ਕਿ ਮੈਨੂੰ ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਐਂਡ ਨਾਰਥਰਨ ਆਇਰਲੈਂਡ ਦੀ ਰਾਣੀ ਬਣਾਇਆ ਗਿਆ ਸੀ।
ਸਕਾਟਿਸ਼ ਰੈਫਰੈਂਡਮ ਤੋਂ ਇੱਕ ਸ਼ਾਮ ਪਹਿਲਾਂ ਬਾਲਮੋਰਲ ਵਿੱਚ ਇੱਕ ਟਿੱਪਣੀ ਵਿੱਚ ਉਹਨਾਂ ਕਿਹਾ ਸੀ ਕਿ ਉਮੀਦ ਕਰਦੇ ਹਾਂ ਕਿ ਲੋਕ ਆਪਣੇ ਭਵਿੱਖ ਬਾਰੇ ਸਾਵਧਾਨੀ ਦੇ ਨਾਲ ਸੋਚਣਗੇ। ਜਦੋਂ VOTING ਦਾ ਨਤੀਜਾ ਆਇਆ ਤਾਂ ਉਹਨਾਂ ਵੱਲੋਂ ਜਾਰੀ ਜਨਤਕ ਬਿਆਨ ਵਿੱਚ ਇਸ ਬਾਰੇ ਰਾਹਤ ਨਜ਼ਰ ਆ ਰਹੀ ਸੀ ਕਿ ਯੂਨੀਅਨ ਟੁੱਟਿਆ ਨਹੀਂ ਸੀ, ਭਾਵੇਂ ਉਹਨਾਂ ਮੰਨਿਆ ਕਿ ਸਿਆਸੀ ਭੂਤ-ਦ੍ਰਿਸ਼ ਬਦਲ ਗਿਆ ਸੀ। ਹੁਣ ਅਸੀਂ ਅੱਗੇ ਵਧ ਰਹੇ ਹਾਂ ਤਾਂ ਸਾਨੂੰ ਧਿਆਨ ਰੱਖਣਾ ਪਵੇਗਾ ਕਿ ਭਾਵੇਂ ਅਸੀਂ ਵੱਖ-ਵੱਖ ਵਿਚਾਰ ਪੇਸ਼ ਕੀਤੇ ਹਨ, ਪਰ ਸਾਡੇ ਵਿੱਚ ਸਕਾਟਲੈਂਡ ਲਈ ਬਰਾਬਰ ਪਿਆਰ ਹੈ ਜੋ ਸਾਨੂੰ ਇਕੱਠਾ ਰਹਿਣ ਵਿੱਚ ਮਦਦ ਕਰਦਾ ਹੈ। 9 ਸਤੰਬਰ 2015 ਨੂੰ ਬਰਤਾਨਵੀ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਦੇਰ ਤੱਕ ਗੱਦੀ ਦੇ ਰਹਿਣ ਵਾਲੀ ਮਹਾਰਾਣੀ ਬਣੇ ਸਨ। ਉਹਨਾਂ ਨੇ ਮਹਾਰਾਣੀ ਵਿਕਟੋਰੀਆ ਨੂੰ ਇਸ ਮਾਮਲੇ ਵਿੱਚ ਪਿੱਛੇ ਛੱਡਿਆ ਸੀ। ਆਪਣੇ ਅੰਦਾਜ਼ ਵਿੱਚ ਉਹਨਾਂ ਨੇ ਇਸ ਨੂੰ ਕੁਝ ਵੱਡਾ ਨਾ ਬਣਾਉਂਦੇ ਹੋਏ ਕਿਹਾ ਸੀ ਕਿ ਇਹ ਉਹ ਨਹੀਂ ਜਿਸ ਦੀ ਕਦੇ ਮੈਂ ਇੱਛਾ ਕੀਤੀ ਸੀ। ਉਸ ਦੇ 1 ਸਾਲ ਤੋਂ ਵੀ ਘੱਟ ਸਮੇਂ ਵਿੱਚ ਯਾਨੀ ਅਪ੍ਰੈਲ 2016 ਵਿੱਚ ਉਹਨਾਂ ਨੇ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ। ਭਾਵੇਂ ਮਹਾਰਾਣੀ ਦੇ ਰਾਜ ਦੇ ਅੰਤ ਵੇਲੇ ਰਾਜਸ਼ਾਹੀ ਉਨੀ ਤਾਕਤਵਰ ਨਹੀਂ ਰਹੀ ਜਿੰਨੀ ਸ਼ੁਰੂਆਤ ਵੇਲੇ ਸੀ, ਪਰ ਇਸ ਬਾਰੇ ਉਹਨਾਂ ਦਾ ਪੱਕਾ ਇਰਾਦਾ ਸੀ ਕਿ ਰਾਜਸ਼ਾਹੀ ਲਈ ਬਰਤਾਨਵੀ ਲੋਕਾਂ ਦੇ ਦਿਲਾਂ ਵਿੱਚ ਪਿਆਰ ਤੇ ਸਤਿਕਾਰ ਹਮੇਸ਼ਾ ਬਣਿਆ ਰਹੇ। ਜਦੋਂ ਮੈਂ 21 ਸਾਲਾਂ ਦੀ ਸੀ ਤਾਂ ਮੈਂ ਲੋਕਾਂ ਦੀ ਸੇਵਾ ਕਰਨ ਦੀ ਸਹੁੰ ਖਾਧੀ ਸੀ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਰੱਬ ਤੋਂ ਮਦਦ ਮੰਗੀ ਸੀ। ਭਾਵੇਂ ਮੈਂ ਸਹੁੰ ਛੋਟੀ ਉਮਰ ਵਿੱਚ ਚੁੱਕੀ ਸੀ ਜਦੋਂ ਮੈਂ ਗੈਰ ਤਜਰਬੇਕਾਰ ਸੀ, ਪਰ ਮੈਂ ਉਸ ਵਾਰ ਪਛਤਾਵਾ ਨਹੀਂ ਕੀਤਾ ਤੇ ਨਾ ਹੀ ਉਸ ਤੋਂ ਪਿੱਛੇ ਹਟੀ।